माफ़ करना, असीं कह दिंदे खालसे दा जन्म दिहाड़ा, गलत है शब्द। असीं कह दिंदे खालसा साजना दिवस, गलत है शब्द। शब्द की है? गुरु ने तो प्रगट किया है। तो जो प्रगट किया उदों क्या किया? जिनकी जात पात कुल माही, सरदारी न पई कदाही, तिन्ही को सरदार बनाऊं, तबे गोबिंद सिंह नाम कहाऊं। कि जदों जोत ते जुगत ग्रंथ ते पंथ की गल आवे, बंदे जीउणगे शरीर करके, संसार तो चले जाणगे। जिन्हां दे संसार करके जन्मदिन मनाए जाणगे, उन्हां दे मरण देण भी आउणगे, पर खालसा पंथ दा ते गुरु ग्रंथ दा कदी भी ज्योति जोत दिवस नहीं आवेगा। ਜਿਹੜਾ ਬੰਦਾ ਇਹ ਗੱਲ ਕਹਿੰਦਾ ਹੈ ਨਾ ਕਿ ਮੈਂ ਗੁਰੂ ਨਾਨਕ ਨੂੰ ਮੰਨਦਾ, ਮੈਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦਾ, ਉਹ ਸਿੱਖ ਹੀ ਨਹੀਂ ਹੋ ਸਕਦਾ। ਕਿਉਂਕਿ ਨੰਦ ਲਾਲ ਗੰਜਨਾਮੇ 'ਚ ਕਹਿੰਦੇ ਨੇ, ਹਮੂ ਰਤਨ ਜੌਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਤੇ ਕੋਈ ਭੇਦ ਹੀ ਨਹੀਂ ਹੈਗਾ। ਜਿਹੜਾ ਇਹਨਾਂ ਦੇ ਵਿੱਚ ਭੇਦ ਕਰਦਾ, ਉਹ ਸਿੱਖ ਕਿਵੇਂ ਹੋ ਸਕਦਾ? ਇੱਕ ਛੋਟੀ ਜੀ ਮੱਛੀ ਵੀ ਸਮੁੰਦਰ 'ਚ ਮਰ ਜਾਵੇ ਨਾ, ਤੇ ਸਮੁੰਦਰ ਦਾ ਸੁਭਾਅ ਹੈ ਕਿ ਮੁਰਦਾ ਚੀਜ਼ ਨੂੰ ਕੱਢ ਕੇ ਬਾਹਰ ਮਾਰਦਾ ਹੈ। ਤੇ ਜਿਹੜੇ ਅੱਜ ਵੀ ਜਾਤ ਪਾਤ 'ਚ ਫਸੇ ਨੇ ਨਾ, ਉਹ ਨੇ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਜਬ ਜੈ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ, ਉਹ ਸਾਡਾ ਹਿੱਸਾ ਹੀ ਹੈ ਨਹੀਂ। ਦਇਆ ਇਹ ਨਹੀਂ ਹੁੰਦੀ ਵੀ ਕਿਸੇ ਕੋ ਕੁੱਟ ਖਾ ਕੇ ਨਿਮਾਣੇ ਨੇ ਤਾਣੇ ਹੋਣਾ ਤੇ ਫਿਰ ਕਹਿਣਾ ਨਹੀਂ ਜੀ ਮੈਂ ਇਹਦੇ ਤੇ ਹੱਥ ਨਹੀਂ ਸੀ ਚੁੱਕਣਾ। ਇਹ ਤਾਂ ਮੋਹਨਦਾਸ ਕਰਮਚੰਦ ਗਾਂਧੀ ਵਰਗੀ ਦਇਆ ਹੈ ਨਾ, ਵੀ ਇੱਕ ਚਪੇੜ ਖਾ ਕੇ ਦੂਜੀ ਗੱਲ ਅੱਗੇ ਕਰ ਦੋ। ਸਾਡੀ ਇਹ ਨਹੀਂ। ਹੁਣ ਸਾਡੀ ਦਇਆ ਹੈ ਕਿਵੇਂ ਦੀ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 2 12ਮਾਹ ਨੇ, 12ਮਾਹ ਮਾਸ ਤੇ 12ਮਾਹ ਤੁਖਾਰੀ। ਵਿਸਾਖ ਦੇ ਬਾਰੇ ਇੱਕ 12ਮਾਹ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਅੰਕਿਤ ਹੈ, ਵੈਸਾਖ ਧੀਰਨ ਕਿਉ ਵਾਢੀਆਂ ਜਿਨ੍ਹਾਂ ਹੀ ਪ੍ਰੇਮ ਵਿਸ਼ੋ। ਵੈਸਾਖ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਮਹੀਨਿਆਂ ਦੇ ਨਾਮ ਵਿਸਾਖ ਹੈ, ਚੇਤ ਹੈ, ਮਾਘ ਹੈ, ਇਹ ਕਿਤੇ ਨਾ ਕਿਤੇ ਆਏ ਹੋਣਗੇ ਨਾ, ਕੁਛ ਤਾਂ ਪਿਛੋਕੜ ਹੋਵੇਗਾ। ਜਿਸ ਤਰ੍ਹਾਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਚੰਦਰਮਾ ਧਰਤੀ ਦੇ ਦੁਆਲੇ ਘੁੰਮਦਾ ਹੈ, ਤੇ ਉਸ ਰਸਤੇ ਦੇ ਵਿੱਚ 27 ਨਛੱਤਰ ਆਉਂਦੇ ਨੇ, ਤੇ ਜਿਸ ਨਛੱਤਰ ਦੇ ਕੋਲ ਉਸ ਮਹੀਨੇ ਦੇ ਸਮੇਂ ਜਿਹੜਾ ਚੰਦਰਮਾ ਜਿਸ ਨਛੱਤਰ 'ਚ ਹੁੰਦਾ ਹੈ, ਉਸ ਨਛੱਤਰ ਦੇ ਨਾਮ ਦੇ ਉੱਪਰ ਮਹੀਨੇ ਦਾ ਨਾਮ ਜਿਹੜਾ ਉਹ ਰੱਖਿਆ ਜਾਂਦਾ ਹੈ। ਮੇਘਾ ਨਛੱਤਰ ਦੇ ਕੋਲ ਹੋਵੇ, ਮਹੀਨੇ ਦਾ ਨਾਮ ਮਾਘ ਹੁੰਦਾ ਹੈ। ਵਿਸ਼ਾਖਾ ਨਛੱਤਰ ਦੇ ਕੋਲ ਹੁੰਦਾ ਹੈ ਜਦੋਂ ਚੰਦਰਮਾ, ਤੇ ਉਹਦੇ ਕਰਕੇ ਮਹੀਨੇ ਦਾ ਨਾਮ ਵੈਸਾਖ ਹੁੰਦਾ ਹੈ। ਅਗਲੀ ਗੱਲ ਆ ਜਾਂਦੀ ਹੈ ਧੀਰਨ ਕਿਉਂ ਵਾਢੀਆਂ। ਵਾਢੀ ਦਾ ਭਾਵ ਹੈ ਕੱਟੇ ਜਾਣਾ। ਇਸ ਨੂੰ ਫਾਰਸੀ 'ਚ ਫਸਲ ਕਿਹਾ ਜਾਂਦਾ। ਅਸੀਂ ਅਕਸਰ ਫਸਲ ਸ਼ਬਦ ਵਰਤਦੇ ਹਾਂ, ਪਰ ਫਸਲ ਸ਼ਬਦ ਫਾਰਸੀ 'ਚੋਂ ਹੈ। ਇਹਦਾ ਭਾਵ ਹੈ ਕੱਟੇ ਜਾਣਾ, ਤੇ ਵਸਲ ਦਾ ਭਾਵ ਹੈ ਮਿਲਾਪ ਹੋ ਜਾਣਾ। ਫਸਲ ਤੇ ਵਸਲ ਦੋਵੇਂ ਸ਼ਬਦ ਫਾਰਸੀ ਦੇ ਨੇ। ਇਹਦਾ ਮਤਲਬ ਹੈ ਕਿ ਉਹਨਾਂ ਲੋਕਾਂ ਨੂੰ ਧੀਰਜ ਕਿਵੇਂ ਆਵੇ ਜਿਹੜੇ ਲੋਕ ਪਰਮਾਤਮਾ ਦੇ ਨਾਲੋਂ ਟੁੱਟ ਚੁੱਕੇ ਨੇ, ਕੱਟੇ ਜਾ ਚੁੱਕੇ ਨੇ। ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ। ਪਿਆਰ ਦੇ ਵਿਛੋੜੇ ਦੇ ਵਿੱਚ ਆਪਣੇ ਪ੍ਰੀਤਮ ਤੋਂ ਦੂਰ ਜਾ ਕੇ ਉਸ ਵੈਰਾਗ ਦੇ ਵਿੱਚ ਉਹ ਬੜੇ ਵਿਆਕੁਲ ਰਹਿੰਦੇ ਨੇ ਜਿਹੜੇ ਆਪਣੇ ਮੂਲ ਦੇ ਨਾਲੋਂ ਟੁੱਟ ਜਾਂਦੇ ਨੇ। ਇੱਕ ਤੇ ਉਹ ਲੋਕ ਨੇ ਜਿਹੜੇ ਆਪਣੇ ਮੂਲ ਤੋਂ ਟੁੱਟੇ ਹੋਏ ਨੇ। ਹੁਣ ਇੱਥੇ ਗੱਲ ਚੱਲੀ ਸੀ ਜਾਤ ਪਾਤ ਦੀ, ਤੇ ਸੱਚ ਜਾਣਿਓ ਜਿਹੜਾ ਜਾਤ ਪਾਤ ਨੂੰ ਮੰਨਦਾ ਹੈ, ਮੈਂ ਸੋਚਦਾ ਉਹ ਆਪਣੇ ਮੂਲ ਤੋਂ ਟੁੱਟਿਆ ਹੋਇਆ, ਉਸ ਨੂੰ ਸਿੱਖ ਸਮਝਣਾ ਵੀ ਸਾਡੀ ਨਸਮਝੀ ਹੈ। ਕਿਸ ਤਰ੍ਹਾਂ ਦੇ ਨਾਲ? ਤੁਸੀਂ ਗੁਰੂ ਨਾਨਕ ਸਾਹਿਬ ਦੇ ਨਾਲੋਂ ਮਰਦਾਨੇ ਨੂੰ ਵੱਖ ਕਿਵੇਂ ਕਰ ਲਓਗੇ? ਤੁਹਾਡਾ ਤਾਂ ਇਤਿਹਾਸ ਹੀ ਖਤਮ ਹੋ ਜਾਵੇਗਾ। ਕੱਢ ਕੇ ਵੇਖੋ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਮਰਦਾਨਾ, ਇਤਿਹਾਸ ਖਤਮ ਹੋ ਜਾਵੇਗਾ ਤੁਹਾਡਾ। ਮਰਦਾਨਾ ਮਰਾਸੀ ਹੈ। ਮਰਾਸੀ ਸ਼ਬਦ ਵੀ ਸਾਮੀ ਭਾਸ਼ਾ ਦੇ ਵਿੱਚੋਂ, ਸਮੈਟਿਕ ਲੈਂਗੁਏਜ ਦੇ ਵਿੱਚੋਂ ਆਇਆ, ਜਿਹਦਾ ਭਾਵ ਹੈ ਵਿਰਾਸਤ ਨੂੰ ਗਾਉਣ ਵਾਲਾ। ਅਸੀਂ ਸਾਰੇ ਪਿੰਡਾਂ 'ਚ ਰਹਿੰਦੇ ਹਾਂ, ਔਰ ਪਿੰਡਾਂ ਦੇ ਵਿੱਚ ਮਰਾਸੀ ਬਰਾਦਰੀ 'ਚੋਂ ਆਉਂਦੇ ਨੇ, ਵਿਆਹਾਂ ਸ਼ਾਦੀਆਂ ਦੇ ਉੱਪਰ ਸਾਡੇ ਘਰਾਂ ਦੇ ਵਿੱਚ ਸਾਡੀ ਵਿਰਾਸਤ ਨੂੰ ਗਾਉਂਦੇ ਨੇ। ਫਿਰ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ, ਪੁੱਤਰ ਫਲਾਣਾ ਸਿੰਘ, ਪੁੱਤਰ ਫਲਾਣਾ ਸਿੰਘ, ਵਿਰਾਸਤ ਰੱਖਦੇ ਨੇ ਆਪਣੇ ਕੋਲ। ਇਸੇ ਕਰਕੇ ਉਸ ਨੂੰ ਮਰਾਸੀ ਕਿਹਾ ਜਾਂਦਾ ਹੈ। ਤੇ ਸੰਸਕ੍ਰਿਤ ਦੇ ਵਿੱਚ ਕਿਹਾ ਜਾਂਦਾ ਡੂਮ। ਡੂਮ ਦਾ ਭਾਵ ਹੈ ਅਤ ਨੀਵੀਂ ਜਾਤੀ। ਹੁਣ ਤੁਸੀਂ ਵੇਖੋ, ਹੈ ਤਾਂ ਉਹੀ ਸਮਾਜ ਦੇ ਵਿੱਚ ਵਿਚਰਨ ਵਾਲੀ ਜਾਤੀ, ਪਰ ਜਿਸ ਨੂੰ ਦੇਵ ਭਾਸ਼ਾ ਕਿਹਾ ਜਾਂਦਾ, ਜਿਸ ਨੂੰ ਬ੍ਰਾਹਮਣ ਕਿਹਾ ਜਾਂਦਾ, ਉਹ ਉਸ ਵਿਰਾਸਤ ਗਾਉਣ ਵਾਲੇ ਨੂੰ ਸ਼ਬਦ ਦੇ ਰਿਹਾ ਡੂਮ। ਦੂਜੇ ਬੰਨੇ ਸ਼ਬਦ ਦਿੱਤਾ ਜਾ ਰਿਹਾ ਵਿਰਾਸਤ।
ਦੇ ਨਾਲ ਜੁੜਿਆ ਹੋਇਆ ਮਰਾਸੀ। ਤੇ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਤੇ ਮਰਦਾਨੇ ਨੂੰ ਵੱਖ ਕਿਵੇਂ ਕਰ ਸਕਦੇ ਹੋ? ਮਰਦਾਨੇ ਦੀ ਇੱਕ ਸ਼ਬਦ ਜਿਹੜਾ ਜਨਮ ਸਾਖੀ ਦੇ ਵਿੱਚ ਆਉਂਦਾ ਹੈ, ਗੁਰੂ ਨਾਨਕ ਸਾਹਿਬ ਦੇ ਨਾਲ ਵਾਰਤਾਲਾਪ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਮਰਦਾਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਰਹਿ ਕੇ ਸ਼ਬਦ ਤੇ ਸੁਰਤ ਦੇ ਸੁਮੇਲ ਦੇ ਵਿੱਚੋਂ ਕਿਵੇਂ ਦੀ ਜ਼ਰੂਰਤ ਨੇ ਜਨਮ ਲਿਆ ਹੋਵੇਗਾ ਕਿ ਮਰਦਾਨਾ ਇੱਕ ਦਿਨ ਗੁਰੂ ਨਾਨਕ ਸਾਹਿਬ ਨੂੰ ਪਤਾ ਕੀ ਕਹਿੰਦਾ? ਬਾਬਾ ਤੇਰਾ ਤੇ ਮੇਰਾ ਕੋਈ ਅੰਤਰ ਨਹੀਂ, ਤੇਰੇ ਤੇ ਮੇਰੇ 'ਚ ਫਰਕ ਕੋਈ ਨਹੀਂ ਹੋ। ਤੈਂ ਖੁਦਾਏ ਦਾ ਡੂਮ ਤੇ ਮੈਂ ਤੇਰਾ ਡੂਮ, ਤੂੰ ਰੱਬ ਦਾ ਮਰਾਸੀ ਤੇ ਮੈਂ ਤੇਰਾ ਮਰਾਸੀ। ਤੇਰਾ ਕਿਹਾ ਖੁਦਾਈ ਮੰਨੇ ਤੇ ਮੇਰਾ ਕਿਹਾ ਤੂੰ ਮੰਨੇ, ਦੱਸ ਅੰਤਰ ਕਿੱਥੇ ਹੈ? ਹੁਣ ਇਹ ਸਮਝਣ ਵਾਲੀ ਗੱਲ ਹੈ ਕਿ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਕਿ ਬਾਬਾ ਤੇਰਾ ਤੇ ਮੇਰਾ ਅੰਤਰ ਕਿੱਥੇ, ਫਰਕ ਕਿੱਥੇ ਹੈ? ਤੂੰ ਰੱਬ ਦੇ ਗੁਣ ਗਾਉਣਾ, ਮੈਂ ਤੇਰੇ ਗੁਣ ਗਾਉਣਾ। ਤੂੰ ਰੱਬ ਦਾ ਮਰਾਸੀ ਹੈ, ਮੈਂ ਤੇਰਾ ਮਰਾਸੀ ਹੈ। ਤੇਰਾ ਕਿਹਾ ਰੱਬ ਮੰਨਦਾ, ਮੇਰਾ ਕਿਹਾ ਤੂੰ ਮੰਨਦਾ, ਦੱਸ ਫਰਕ ਕਿੱਥੇ ਹੈ? ਅੰਤਰ ਹੈ ਕਿੱਥੇ? ਹੁਣ ਇਸੇ ਗੱਲ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਪ੍ਰਗਟ ਕੀਤਾ, ਮਾਫ਼ ਕਰਨਾ ਅਸੀਂ ਕਹਿ ਦਿੰਦੇ ਖਾਲਸੇ ਦਾ ਜਨਮ ਦਿਹਾੜਾ, ਗਲਤ ਹੈ ਸ਼ਬਦ। ਅਸੀਂ ਕਹਿ ਦਿੰਦੇ ਖਾਲਸਾ ਸਾਜਨਾ ਦਿਵਸ, ਗਲਤ ਹੈ ਸ਼ਬਦ। ਸ਼ਬਦ ਕੀ ਹੈ? ਗੁਰੂ ਨੇ ਤਾਂ ਪ੍ਰਗਟ ਕੀਤਾ। ਤੇ ਜਦੋਂ ਪ੍ਰਗਟ ਕੀਤਾ ਉਦੋਂ ਕਿਆ ਕੀ ਹੈ? ਜਿਨ ਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਖਤਮ ਹੋ ਗਈਆਂ ਜਾਤਾਂ ਪਾਤਾਂ ਉਸ ਵੇਲੇ, ਤੇ ਖਾਲਸੇ ਨੂੰ ਪ੍ਰਗਟ ਕੀਤਾ ਹੈ। ਜਿੱਥੇ ਸਾਜਿਆ ਸ਼ਬਦ ਆਵੇਗਾ ਨਾ, ਉੱਥੇ ਟੁੱਟਣਾ ਸ਼ਬਦ ਆ ਜਾਵੇਗਾ। ਜਿਹੜਾ ਸਾਜਿਆ ਜਾਂਦਾ ਹੈ, ਜਿਹੜਾ ਘੜਿਆ ਜਾਂਦਾ ਹੈ, ਉਹ ਟੁੱਟਦਾ ਹੈ। ਜਿਹੜਾ ਜਨਮਦਾ ਹੈ ਉਹ ਮਰਦਾ ਹੈ। ਪਰ ਜਿੱਥੇ ਪ੍ਰਗਟ ਸ਼ਬਦ ਆਵੇਗਾ ਨਾ, ਉਹਦਾ ਦੂਜਾ ਸ਼ਬਦ ਆਵੇਗਾ ਗੁਪਤ। ਤੇ ਪਰਮਾਤਮਾ ਦੇ ਦੋ ਰੂਪ ਨੇ, ਇੱਕ ਨਿਰਾਕਾਰ ਤੇ ਇੱਕ ਸਰਾਕਾਰ। ਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਸ਼ਬਦ ਵਰਤਿਆ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ, ਖਾਲਸਾ ਪਰਮਾਤਮ ਕੀ। ਇਸੇ ਪ੍ਰਗਟ ਸ਼ਬਦ ਨੂੰ ਅਸੀਂ ਰੋਜ਼ ਅਰਦਾਸ ਦੇ ਵਿੱਚ ਗੁਰੂ ਦੇ ਸਾਹਮਣੇ ਕੀ ਕਹਿੰਦੇ ਆ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ। ਹੁਣ ਉੱਥੇ ਜੋਤ ਵੀ ਪ੍ਰਗਟ ਹੈ ਤੇ ਖਾਲਸਾ ਜੁਗਤ ਵੀ ਪ੍ਰਗਟ ਹੈ। ਤੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ, ਤੁਸੀਂ ਇਸ ਗੱਲ ਨੂੰ ਵੇਖਣਾ ਹੈ ਕਿ ਜਦੋਂ ਜੋਤ ਤੇ ਜੁਗਤ, ਗ੍ਰੰਥ ਤੇ ਪੰਥ ਦੀ ਗੱਲ ਆਵੇ, ਬੰਦੇ ਜਿਉਣਗੇ ਸਰੀਰ ਕਰਕੇ, ਸੰਸਾਰ ਤੋਂ ਚਲੇ ਜਾਣਗੇ। ਜਿਨ੍ਹਾਂ ਦੇ ਸੰਸਾਰ ਕਰਕੇ ਜਨਮ ਦਿਨ ਮਨਾਏ ਜਾਣਗੇ, ਉਹਨਾਂ ਦੇ ਮਰਨ ਦੇਣਗੇ ਵੀ ਆਉਣਗੇ। ਪਰ ਖਾਲਸੇ ਪੰਥ ਦਾ ਤੇ ਗੁਰੂ ਗ੍ਰੰਥ ਦਾ ਕਦੀ ਵੀ ਜੋਤੀ ਜੋਤ ਦਿਵਸ ਨਹੀਂ ਆਵੇਗਾ। ਕਿਉਂਕਿ ਇਹ ਸੰਬੰਧ ਸਰੀਰਾਂ ਦਾ ਹੈ ਹੀ ਨਹੀਂ। ਇਹ ਬੜੀ ਉੱਚੀ ਗੱਲ ਹੈ। ਇਸ ਗੱਲ ਨੂੰ ਸਮਝਣਾ ਪਵੇਗਾ ਕਿ ਖਾਲਸਾ ਪ੍ਰਗਟ ਕੀਤਾ ਗਿਆ ਗੁਰਦੇਵ ਪਾਤਸ਼ਾਹ ਨੇ, ਤੇ ਪ੍ਰਗਟ ਕੀਤੇ ਖਾਲਸੇ ਨੂੰ ਗੁਰੂ ਗ੍ਰੰਥ ਦੇ ਲੜ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਜੋਤ ਨੇ ਤੇ ਖਾਲਸਾ ਪੰਥ ਜੁਗਤ ਹੈ। ਇਹ ਉਹੀ ਵਰਤਾਰਾ ਹੈ ਜਿਸ ਨੂੰ ਭੱਟ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੜਾ ਸਪਸ਼ਟ ਕੀਤਾ ਹੈ, ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਇੱਕ ਡੇਰੇ ਦੀ ਗੱਲ ਚੱਲੀ ਹੈ, ਬਾਬਾ ਜੀ ਨੇ ਗੱਲ ਸਾਂਝੀ ਕੀਤੀ ਸੀ ਕਿ ਬਰਤਨ ਵੀ ਵੱਖਰੇ ਰੱਖੇ ਜਾਂਦੇ ਨੇ। ਮਾਫ਼ ਕਰਨਾ, ਉਹ ਤੇ ਉਹ ਡੇਰੇ ਨੇ ਜਿਨ੍ਹਾਂ ਨੂੰ ਮੈਂ ਸਿੱਖ ਹੀ ਨਹੀਂ ਮੰਨਦਾ। ਬਾਬਾ ਜੀ ਮੈਂ ਕੀ ਕਵਾਂ ਉਹਨਾਂ ਦੇ ਬਾਰੇ, ਕਿਉਂ ਨਹੀਂ ਮੰਨਦਾ? ਉਹ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦੇ। ਤੇ ਨੰਦ ਲਾਲ ਜੀ ਕਹਿੰਦੇ ਨੇ ਜਿਹੜਾ ਬੰਦਾ ਇਹ ਗੱਲ ਕਹਿੰਦਾ ਹੈ ਨਾ ਕਿ ਮੈਂ ਗੁਰੂ ਨਾਨਕ ਨੂੰ ਮੰਨਦਾ, ਮੈਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦਾ, ਉਹ ਸਿੱਖ ਹੀ ਨਹੀਂ ਹੋ ਸਕਦਾ। ਕਿਉਂਕਿ ਨੰਦ ਲਾਲ ਗੰਜਨਾਮੇ 'ਚ ਕਹਿੰਦੇ ਨੇ, ਹਮੂ ਰਤਨ ਜ਼ੌਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਤੇ ਕੋਈ ਭੇਦ ਹੀ ਨਹੀਂ ਹੈਗਾ। ਜਿਹੜਾ ਇਹਨਾਂ ਦੇ ਵਿੱਚ ਭੇਦ ਕਰਦਾ ਉਹ ਸਿੱਖ ਕਿਵੇਂ ਹੋ ਸਕਦਾ? ਉਹ ਤਾਂ ਸਿੱਖ ਹੋ ਹੀ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਭੇਦ ਕਿੱਥੇ ਹੋ ਸਕਦਾ ਹੈ? ਨੰਦ ਲਾਲ ਜੀ ਨੇ ਬੜਾ ਸਪਸ਼ਟ ਕਰ ਦਿੱਤਾ, ਹਮੂ ਰਤਨ ਜ਼ੌਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਅਗਲੀ ਗੱਲ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ। ਉਸ ਪ੍ਰਗਟ ਕੀਤੇ ਖਾਲਸੇ ਦੇ ਸਾਹਮਣੇ ਜਿਹੜੇ ਪੰਜ ਪਿਆਰੇ ਰੂਪ ਦੇ ਵਿੱਚ ਪੰਜ ਨਾਮ ਨੇ, ਉਹ ਕੇਵਲ ਤੇ ਕੇਵਲ ਸਾਨੂੰ ਲੱਗਦਾ ਹੈ ਕਿ ਸਰੀਰਾਂ ਦੇ ਨਾਮ ਨੇ, ਪਰ ਉਹ ਸਿੱਖੀ ਦੇ ਪੰਜ ਬਹੁਤ ਵੱਡੇ ਸੰਕਲਪ ਨੇ। ਦਇਆ ਸਿੱਖੀ ਦਾ ਸੰਕਲਪ ਹੈ, ਧਰਮ ਸਿੱਖੀ ਦਾ ਸੰਕਲਪ ਹੈ, ਹਿੰਮਤ ਸਿੱਖੀ ਦਾ ਸੰਕਲਪ ਹੈ, ਮੋਹ ਕੰਮ ਸਿੱਖੀ ਦਾ ਸੰਕਲਪ ਹੈ। ਤੇ ਇਹਨਾਂ ਚੌਵਾਂ ਨੂੰ ਧਾਰਨ ਕਰਕੇ ਉਸ ਅਵਸਥਾ 'ਚ ਪਹੁੰਚ ਜਾਣਾ ਜਿੱਥੇ ਗੁਰੂ ਨਾਨਕ ਸਾਹਿਬ ਅੰਗ ਲਗਾ ਕੇ ਲਹਿਣੇ ਨੂੰ ਅੰਗਦ ਬਣਾ ਦਿੰਦੇ ਨੇ। ਉੱਥੇ ਹੈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋ ਕਰੋ ਨਿਵਾਸ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਇਸ਼ਟ ਸੁਹਿਰਦ,
खालसा मेरो कहियत बिरद, हौं खालसे को खालसा मेरो, ओत पोत सागर बंदेरो। हुण मैं तुहानूं एक उदाहरण देवां। पातशाह कहंदे खालसा मेरे च इस तरह समा गया जिस तरह समुंदर दे विच बूंद, ते की समुंदर दे विच पाई गई बूंद नूं कोई बंदा दोबारा समुंदर चों कढ सकदा? नहीं कढ सकदा ना। पर समुंदर एक चीज़ नूं अपने च नहीं रखदा। एक छोटी जी मच्छी भी समुंदर च मर जाए ना, तो समुंदर का सुभाव है कि मुर्दा चीज़ नूं कढ के बाहर मारदा है। तो जेड़े अज भी जात पात च फसे ने ना, वो ने जिन्होंने कलगीधर पातशाह ने कहा सी, जब जै गह विपरण की रीत मैं ना करूं इनकी, वो साडा हिस्सा ही है नहीं। क्योंकि गुरु ने कहा कि मेरी प्रतीत का पात्र वो बन सकता है जिहड़ा मेरे च अभेद हो गया, तो जिहड़ा उहदे च अभेद हो गया वो उहदा रूप बन गया, तो जिहड़ा उहदा रूप बन गया उत्थे फिर जात पात जिहड़ी है वो खत्म हो जाती है, जिहड़ा उहदा रूप बन गया। हुण गल कर लईए असीं दया दी, क्योंकि वक्त बाबा जी ने कहा असीं थोड़े समय समाप्त करना है। मैं छोटी छोटी उदाहरण दूंगा। दया, बंदा होवे डरपोक, बंदा होवे नमाणा जिहा, ते उहदे कोई आके मारे चपेड़, तो बंदा कहे जी मैं इनू माफ़ कर दिता, दरअसल वो माफ़ी नहीं होंदी, क्योंकि उत्थे तो बंदा जुर्रत ते हिम्मत रखता ही नहीं हुंदा, वो तो अपना आप बचा रहा हुंदा है। दरअसल दया की गल उत्थे हुंदी जिथे तुहाडे कोल माण हुंदा होवे तुसीं फिर भी नमाणे रवो, जिथे तुहाडे कोल ताण होवे तुसीं फिर भी नताणे रवो, जिथे तुहाडे कोल बल होवे ना तुसीं फिर भी अगले ते बल प्रयोग ना करो। इनू कहिंदे ने दया। दया ये नहीं होंदी भी किसी को कुट खा के नमाणे नताणे होना तो फिर कहना नहीं जी मैं ये ते हाथ नहीं सी चुकना। ये तो मोहनदास करमचंद गांधी वर्गी दया है ना, भी एक चपेड़ खा के दूजी गल अगे कर दो। साडी ये नहीं। हुण साडी दया है किवें दी? नंद लाल कलगीधर पातशाह गुरु गोबिंद सिंह महाराज की दया की एक उदाहरण साडे सामने गंजनामे के एक शेर च रखते हैं। वो कहते तेग राह फताह गुरु गोबिंद सिंह, जानो दिल राह राह गुरु गोबिंद सिंह। गंजनामे दे 104 नंबर तो लैके ना 160 नंबर शेर तक 55 शेर फारसी दे विच ने, ते इन्हां 55 शेरां दा तुसीं आम मंचां दे उपरों कीर्तन सरवण कीता होगा। एस दी मंजूर गुरु गोबिंद सिंह, नासरो मंसूर गुरु गोबिंद सिंह, हक हक आदेश गुरु गोबिंद सिंह, बादशाह दरवेश गुरु गोबिंद सिंह, ला मकाम पाबोस गुरु गोबिंद सिंह, हरदो आलम कोस गुरु गोबिंद सिंह, वासलो मासूल गुरु गोबिंद सिंह, मुकबलो मकबूल गुरु गोबिंद सिंह। आ जिन्ने क असीं बैठे हैं ना, कोई बहुती गिणती नहीं है। मैं तुहानूं सारिआं नूं कहां ना कि गुरु गोबिंद सिंह महाराज की एक एक सिफत बयान करो, तो 10 सिफतों तो बाद साडे कोल शब्द मुक जाते हैं, मुक जाते शब्द साडे कोल। असीं कह दांगे कलम दे धनी, पुत्रां दे दानी, सरबंस दानी, बादशाह दरवेश, चिट्टियां बाजां वाले, घोड़े दे शाह सवार, तेग दे धनी, 10-12 शब्दों तो बाद साडे कोल शब्द मुक जाते हैं। नंद लाल इन्हां 55 शेरां दे विच 150 तो वध सिफत करन तो बाद पता की कहंदा? कहंदा पातशाह लाल सग गुलाम गुरु गोबिंद सिंह, दागदारे नाम गुरु गोबिंद सिंह। शब्द मुक गए, तेरियां सिफतां नहीं मुक्कियां। शब्द मुक गए ने पर तेरियां सिफतां नहीं मुक्कियां। हुण वो शब्द क्यों मुक्के ने ते सिफतां क्यों नहीं कीतियां जा सकियां? एक मुसलमान कवि हकीम मिर्ज़ा अला यार खां जोगी गंजा शहीदां दी अपनी उर्दू की रचना च कहंदा है, कहंदा करतार की सौगंध है, नानक की कसम है, जितनी भी हो तारीफ गुरु गोबिंद की वो कम है। हर चंद मेरे हाथ में पुरजोर कलम है, सतगुर के लिखूं वस्फ कहाँ ताबे रकम है। एक आँख से क्या बुलबुला कुल बहर को देखे, सागर को मंझधार को जां लहर को देखे। वो स्पष्ट कर दिंदा है कि गुरु गोबिंद सिंह महाराज का जीवन एक समुंदर दे वर्गा है, तो मनुख की हस्ती एक बूंद दे वर्गी है। एक जिहड़ी बूंद है, जिहड़ा बुलबुला है, वो कदी समुंदर की सिफत कर ही नहीं सकता। हुण नंद लाल कहंदे ने, कहते तेग राह फताह गुरु गोबिंद सिंह, जानो दिल राह राह गुरु गोबिंद सिंह। वो कहते हैं कि कलगीधर पातशाह गुरु गोबिंद सिंह महाराज मैदाने जंग दे तेग दे धनी ने, पर वो बंदे नूं शब्द दे नाल भी खत्म करने की समर्था रखते हैं। है तेग दे धनी पर बंदे नूं शब्द दे नाल भी खत्म करने की समर्था रखते हैं। औरंगजेब का एक जरनैल सैद खान सौं खा के आया, कसे हर के कौले कुरान बायदश या कुस्तनों बस्तनों बायदश, जां गुरु गोबिंद सिंह का सिर वढ़ के लेके आना जां बंदी बना के लेके आना।
ਜਦੋਂ ਅਨੰਦਪੁਰ ਸਾਹਿਬ ਆਇਆ ਤੇ ਕਲਗੀਧਰ ਪਾਤਸ਼ਾਹ ਦੇ ਦੀਦਾਰ ਕੀਤੇ ਤੇ ਪਾਤਸ਼ਾਹ ਦਾ ਸਿੱਖ ਬਣ ਗਿਆ। ਬੜੀ ਹੈਰਾਨਗੀ ਦੀ ਗੱਲ ਹੈ, ਸੀ ਦੁਸ਼ਮਣ, ਦੀਦਾਰ ਕੀਤੇ ਨੇ, ਸਿੱਖ ਬਣ ਗਿਆ। ਸੈਦ ਖਾਨ, ਸੈਦ ਬੇਗ ਸਿੱਖ ਬਣ ਗਿਆ। ਹੁਣ ਉਹਦਾ ਦੂਜਾ ਜਰਨੈਲ ਜਿਹੜਾ ਹੈ ਉਹ ਸੈਦ ਖਾਨ ਆਇਆ। ਉਸ ਨੇ ਜਦੋਂ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ, ਰਸਤੇ ਦੇ ਵਿੱਚ ਆਪਣੀ ਭੈਣ ਦੇ ਕੋਲ ਰੁਕਿਆ। ਭੈਣ ਦਾ ਨਾਮ ਸੀ ਬੀਬੀ ਨਸੀਰਾ। ਬੀਬੀ ਨਸੀਰਾ ਪੀਰ ਬੁੱਧੂ ਸ਼ਾਹ ਦੀ ਭੈਣ, ਮਾਫ ਕਰਨਾ, ਪੀਰ ਬੁੱਧੂ ਸ਼ਾਹ ਦੀ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਧਰਮ ਪਤਨੀ ਤੇ ਸੈਦ ਖਾਨ ਦੀ ਭੈਣ। ਜਦੋਂ ਸੈਦ ਖਾਨ ਅਨੰਦਪੁਰ ਸਾਹਿਬ ਆਇਆ ਤਾਂ ਇਸ ਨੇ ਸੋਚਿਆ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਦੀ ਬਣਾ ਕੇ ਲੈ ਕੇ ਆਊਂਗਾ। ਹੋਰ ਵੀ ਕਈ ਜਰਨੈਲ ਇਸ ਦੇ ਸਾਹਮਣੇ ਆਏ, ਪਰ ਜਦੋਂ ਇਹਦੇ ਸਾਹਮਣੇ ਸੈਦ ਬੇਗ ਆਇਆ ਨਾ, ਹੁਣ ਸੈਦ ਬੇਗ ਵੀ ਮੁਸਲਮਾਨ ਤੇ ਸੈਦ ਖਾਨ ਵੀ ਮੁਸਲਮਾਨ, ਤੇ ਸੈਦ ਖਾਨ ਸੈਦ ਬੇਗ ਨੂੰ ਲਲਕਾਰ ਕੇ ਪਤਾ ਕੀ ਕਹਿੰਦਾ ਹੈ? ਕਹਿੰਦਾ ਹੈ ਕਿ ਤੂੰ ਤੇ ਮੇਰਾ ਮੁਸਲਮਾਨ ਭਰਾ ਹੈ, ਤੂੰ ਮੇਰੇ ਨਾਲ ਜੰਗ ਲੜੇਂਗਾ? ਜੇ ਤੇਰੇ ਗੁਰੂ ਦੇ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਇੰਨੀ ਹੀ ਅਜ਼ਮਤ ਹੈ ਤੇ ਉਹ ਮੈਦਾਨੇ ਜੰਗ ਦੇ ਵਿੱਚ ਮੇਰੇ ਸਾਹਮਣੇ ਆ ਕੇ ਕਿਉਂ ਨਹੀਂ ਲੜਦਾ? ਅਜੇ ਇਹ ਗੱਲ ਉਹਦੀ ਜ਼ੁਬਾਨ ਦੇ ਵਿੱਚ ਹੈ, ਪਿੱਛੋਂ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸੈਦ ਬੇਗ ਤੂੰ ਲਾਂਭੇ ਹੋ ਜਾ, ਜੇ ਸੈਦ ਖਾਨ ਦੀ ਇੱਛਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਨਾਲ ਲੜਨਾ ਹੈ ਤੇ ਮੈਂ ਇਹਦੇ ਸਾਹਮਣੇ ਹਾਂ। ਹੁਣ ਕਿਹੜਾ ਕਿਰਪਾਨ ਚਲਾਵੇ? ਘੋੜੇ ਤੋਂ ਉਤਰਦਾ ਹੈ ਤੇ ਆਪਣੀ ਸ਼ਮਸ਼ੀਰ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰਾਂ ਦੇ ਉੱਪਰ ਰੱਖ ਦਿੰਦਾ ਹੈ। ਤੇ ਇੱਕ ਉਸਨੇ ਸ਼ੇਰ ਕਿਹਾ ਜਿਹੜਾ ਸਾਡੀਆਂ ਫਾਰਸੀ ਦੀਆਂ ਕਿਤਾਬਾਂ 'ਚ ਲਿਖਦਾ ਹੈ, ਕਹਿੰਦਾ ਖੁਦਾ ਆਇਦ, ਖੁਦਾ ਆਇਦ, ਆਇਦ ਖੁਦਾ ਬੰਦਾ, ਹਕੀਕਤ ਦਰ ਮਿਜ਼ਾਜ ਆਇਦ ਕੇ ਮੁਰਦਾਰਾ ਕੁਨਦ ਜ਼ਿੰਦਾ। ਇਹ ਦੁਨੀਆ ਦੇ ਲੋਕੋ, ਸੱਚਮੁੱਚ ਗੁਰੂ ਗੋਬਿੰਦ ਸਿੰਘ ਖੁਦਾ ਹੈ, ਸੱਚਮੁੱਚ ਖੁਦਾ ਹੈ। ਮੈਂ ਇਹਨੂੰ ਮਾਰਨ ਆਇਆ ਸੀ ਤੇ ਸੱਚ ਇਹ ਹੈ ਕਿ ਮੇਰੀ ਜ਼ਮੀਰ ਮਰੀ ਹੋਈ ਸੀ, ਇਸ ਦੇ ਦਰਸ਼ਨ ਕਰਕੇ ਮੇਰੀ ਜ਼ਮੀਰ ਜ਼ਿੰਦਾ ਹੋ ਗਈ ਹੈ। ਇਹ ਕਲਗੀਧਰ ਪਾਤਸ਼ਾਹ ਦੀ ਇਸ ਗੱਲ ਨੂੰ ਕਿ ਦਇਆ ਸ਼ਬਦ ਦੇ ਨਾਲ, ਤਲਵਾਰ ਦੇ ਨਾਲ ਕਿਵੇਂ ਹੁੰਦੀ ਹੈ, ਇਹਨੂੰ ਨੰਦ ਲਾਲ ਕਹਿੰਦੇ ਨੇ, ਤੇਗ ਰਾਹ ਫਤਾਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਅਗਲੀ ਗੱਲ ਹੈ ਧਰਮ। ਜ਼ਿੰਦਗੀ ਜਿਉਣ ਦੇ ਵਾਸਤੇ ਧਾਰਨ ਕੀਤੇ ਕੁਝ ਨਿਯਮ, ਤੇ ਉਹ ਜਦੋਂ ਧਰਮ ਗੁਰਦੇਵ ਪਾਤਸ਼ਾਹ ਨੇ ਸਾਨੂੰ ਦ੍ਰਿੜ ਕਰਾਇਆ ਹੈ ਨਾ, ਤੇ ਪਾਤਸ਼ਾਹ ਨੇ ਇਸ ਪੰਥ ਦਾ ਉਸ ਧਾਰਮਿਕ ਮਰਕਜ਼ ਪਤਾ ਕਿੰਨਾ ਉੱਚਾ ਤੈਅ ਕਰ ਦਿੱਤਾ ਹੈ, ਤਬ ਸਤਿਗੁਰ ਬੋਲੇ ਇੱਕ ਬੇਰੇ, ਹਮ ਲੈ ਜਾਨੋ ਪੰਥ ਉਚੇਰੇ। ਜੋ ਸੰਸਾਰ ਦੇ, ਜੋ ਦੁਨੀਆ ਦੇ ਲੋਕ ਕਰਦੇ ਨੇ, ਮੇਰਾ ਪੰਥ ਉਹ ਨਹੀਂ ਕਰੇਗਾ। ਤਬ ਸਤਿਗੁਰ ਬੋਲੇ ਇੱਕ ਬੇਰੇ, ਹਮ ਲੈ ਜਾਨੋ ਪੰਥ ਉਚੇਰੇ। ਪਰ ਇਹ ਸ਼ਬਦ ਉਚਾਰਿਆ ਕਿੱਥੇ ਗਿਆ? ਕੋਈ ਘਟਨਾ ਤਾਂ ਵਾਪਰੀ ਹੋਵੇਗੀ ਨਾ ਜਿੱਥੇ ਇਹ ਸ਼ਬਦ ਉਚਾਰਿਆ ਗਿਆ। ਤੇ ਇਸ ਘਟਨਾ ਦੇ ਬਾਰੇ ਨੰਦ ਲਾਲ ਲਿਖਦੇ ਨੇ, ਕਹਿੰਦੇ ਕਾਮੁਲ ਇਖਲਾਕ ਗੁਰੂ ਗੋਬਿੰਦ ਸਿੰਘ, ਕਾਮੁਲ ਇਖਲਾਕ, ਕਾਮੁਲ ਇਖਲਾਕ ਦੇ ਮੁਜੱਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ। ਭਾਈ ਮਾਨ ਸਿੰਘ ਹੋਣੀ, ਭਾਈ ਦਇਆ ਸਿੰਘ ਹੋਣੀ ਇੱਕ ਜੰਗ ਲੜ ਕੇ ਆਏ ਨੇ, ਦਰਬਾਰ ਲੱਗਾ ਹੋਇਆ। ਅਕਸਰ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਸ਼ਸਤਰ ਤਾਂ ਛੱਡ ਕੇ ਭੱਜ ਜਾਂਦਾ ਹੈ, ਦੁਸ਼ਮਣ ਹਥਿਆਰ ਤਾਂ ਛੱਡ ਕੇ ਭੱਜ ਜਾਂਦਾ ਹੈ। ਉਹ ਹਥਿਆਰ ਲਿਆ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਚਰਨਾਂ 'ਚ ਭੇਟਾ ਵੀ ਕੀਤੇ ਜਾਂਦੇ ਸੀ। ਪਰ ਅੱਜ ਇੱਕ ਵਿਲੱਖਣ ਖੇਡ ਵਾਪਰੀ ਹੈ, ਇੱਕ ਪਾਲਕੀ ਲਿਆ ਕੇ ਸਾਹਮਣੇ ਰੱਖ ਦਿੱਤੀ ਗਈ ਹੈ। ਤੇ ਪਾਤਸ਼ਾਹ ਕਹਿੰਦੇ ਨੇ ਪਾਲਕੀ 'ਚ ਕੌਣ ਹੈ? ਮੈਦਾਨੇ ਜੰਗ ਦੇ ਵਿੱਚੋਂ ਜਿੱਤ ਕੇ ਆਏ ਹੋ, ਬਜਰੂੜ ਦੇ ਲਾਗੇ ਇਹ ਜੰਗ ਹੋਈ ਸੀ, ਪਾਲਕੀ 'ਚ ਕੌਣ ਹੈ? ਤੇ ਮਾਨ ਸਿੰਘ ਦਾ ਜਵਾਬ ਪਤਾ ਕੀ ਹੈ? ਪਾਤਸ਼ਾਹ ਰਹੀਮਪੁਰ ਦਾ ਨਵਾਬ ਮੈਦਾਨੇ ਜੰਗ ਦੇ ਵਿੱਚ ਪਾਲਕੀ ਨੂੰ ਛੱਡ ਕੇ ਭੱਜ ਗਿਆ, ਜਾਂ ਉਸ ਦੀ ਪਤਨੀ ਹੋਵੇਗੀ ਜਾਂ ਉਸ ਦੀ ਭੈਣ ਹੋਵੇਗੀ, ਪਰ ਪਰਦਾ ਚੁੱਕ ਕੇ ਅਸੀਂ ਵੀ ਨਹੀਂ ਵੇਖਿਆ। ਪਰਦਾ ਚੁੱਕ ਕੇ ਅਸੀਂ ਵੀ ਨਹੀਂ ਵੇਖਿਆ। ਤੇ ਇਹ ਜਿਹੜੀ ਰਹੀਮਪੁਰ ਦੇ ਨਵਾਬ ਦੀ ਜਦੋਂ ਉਸ ਪਾਲਕੀ ਦਾ ਪਰਦਾ ਚੁੱਕਿਆ ਗਿਆ, ਉਸ ਦੀ ਪਤਨੀ ਸੀ। ਤੇ ਰਹੀਮਪੁਰ ਖਾਨ ਦੇ ਨਵਾਬ ਦੀ ਜਿਹੜੀ ਪਤਨੀ ਹੈ ਉਹ ਨਾਹਰ ਖਾਨ ਦੀ ਬੇਟੀ ਸੀ। ਨਾਹਰ ਖਾਨ ਉਹੀ ਜਰਨੈਲ ਹੈ ਜਿਹੜਾ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦਾ ਭਰਾ ਸੀ ਤੇ ਚਮਕੌਰ ਦੀ ਜੰਗ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਾਰਿਆ ਗਿਆ ਸੀ, ਜਿਸ ਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਜ਼ਫਰਨਾਮੇ 'ਚ ਵੀ ਕੀਤਾ ਹੈ। ਚੂਦੀਦਮ ਬਾ ਨਾਹਰ ਬਾ ਆਮਦ ਬਾ ਜੰਗ, ਚਸ਼ੀਦੇ ਜੱਗੇ ਤੀਰ ਮਨ ਬੇਦਰੰਗ। ਕਿ ਜਦੋਂ ਨਾਹਰ ਖਾਨ ਮੇਰੇ ਸਾਹਮਣੇ ਆਇਆ ਤੇ ਮੈਂ ਆਪਣੇ ਕਮਾਨ ਦੇ ਵਿੱਚ ਤੀਰ ਚੜ੍ਹਾ ਕੇ ਛੱਡਿਆ ਤੇ ਉਹਨੂੰ ਮੈਦਾਨੇ ਜੰਗ ਦੇ ਵਿੱਚ ਸੁੱਟ ਦਿੱਤਾ। ਜ਼ਫਰਨਾਮੇ 'ਚ ਉਸ ਦਾ ਨਾਮ ਲੈ ਕੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਚੂਦੀਦਮ ਬਾ ਨਾਹਰ ਬਾ ਆਮਦ ਬਾ ਜੰਗ, ਚਸ਼ੀਦੇ ਯੱਕੇ ਤੀਰ ਮਨ ਬੇਦਰੰਗ। ਹੁਣ ਦੁਸ਼ਮਣ ਦੀ ਬੇਟੀ
ਦੁਸ਼ਮਣ ਦੀ ਪਤਨੀ ਗੁਰੂ ਦੇ ਦਰਬਾਰ ਦੇ ਵਿੱਚ ਦੁਸ਼ਮਣ ਛੱਡ ਗਿਆ ਤੇ ਸਿੱਖ ਪਤਾ ਕੀ ਕਹਿੰਦੇ ਨੇ, ਕੁਛ ਜਿਹੜੇ ਬਹੁਤ ਪੱਕੇ ਨਹੀਂ ਹੁੰਦੇ, ਹਰ ਸੰਘਰਸ਼ ਦੇ ਵਿੱਚ ਇਵੇਂ ਦੇ ਲੋਕ ਕੁਝ ਹੁੰਦੇ ਨੇ। ਕਹਿੰਦੇ ਸਗਲ ਤੁਰਕ ਭੁਗਵੇ ਹਿੰਦੇ ਵਾਣੀ, ਕਿ ਪਾਤਸ਼ਾਹ ਉਹ ਵੀ ਤਾਂ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਨੇ, ਤੇ ਜੇ ਇੱਕ ਸਾਡੇ ਹੱਥ ਆ ਗਈ ਤਾਂ ਕੀ ਹੋ ਗਿਆ। ਉੱਥੇ ਫਿਰ ਕਲਗੀਧਰ ਪਾਤਸ਼ਾਹ ਨੇ ਕਿਹਾ ਨਹੀਂ, ਇਸ ਨੂੰ ਵਾਪਸ ਛੱਡ ਕੇ ਆਓ। ਤਬ ਸਤਿਗੁਰ ਬੋਲੇ ਇੱਕ ਬੇਰੇ ਹਮ ਲੈ ਜਾਨੋ ਪੰਥ ਉਚੇਰੇ। ਇਹ ਉਹਦੇ ਤੋਂ ਵੀ ਔਖਾ ਕੰਮ ਸੀ। ਦੁਸ਼ਮਣ ਮੈਦਾਨੇ ਜੰਗ ਦੇ ਵਿੱਚ ਡੋਲੇ ਨੂੰ ਛੱਡ ਕੇ ਭੱਜ ਜਾਵੇ ਤੇ ਉਸ ਡੋਲੇ ਨੂੰ ਲੈ ਆਉਣਾ ਸੌਖਾ ਹੈ, ਪਰ ਦੁਸ਼ਮਣ ਦੀ ਜੂਝ ਜਾ ਕੇ ਉਸ ਡੋਲੇ ਨੂੰ ਵਾਪਸ ਦੇਣਾ, ਉਸ ਪਾਲਕੀ ਨੂੰ ਵਾਪਸ ਦੇਣਾ, ਉਹਦੇ ਤੋਂ ਵੀ ਔਖਾ ਕੰਮ ਸੀ। ਸਿੱਖਾਂ ਨੇ ਫੇਰ ਵੀ ਕੀਤਾ, ਕਿਉਂਕਿ ਮੇਰੇ ਗੁਰਦੇਵ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ ਕਿ ਸ਼ਾਮ ਮੁੱਲ ਇਖਲਾਕ ਗੁਰੂ ਗੋਬਿੰਦ ਸਿੰਘ, ਕਾਮ ਮੁੱਲ ਇਖਲਾਕ ਗੁਰੂ ਗੋਬਿੰਦ ਸਿੰਘ, ਕਲਗੀਧਰ ਪਾਤਸ਼ਾਹ ਦਾ ਇਖਲਾਕ। ਤੇ ਜਦੋਂ ਇਹ ਦੋ ਚੀਜ਼ਾਂ ਮਨੁੱਖ 'ਚ ਆ ਜਾਂਦੀਆਂ ਨੇ, ਦਇਆ ਵੀ ਆ ਜਾਂਦੀ ਹੈ, ਧਰਮ ਵੀ ਆ ਜਾਂਦੀ ਹੈ, ਉਸ ਤੋਂ ਬਾਅਦ ਹਿੰਮਤ। ਤੇ ਹਿੰਮਤ ਦੇ ਬਾਰੇ ਤੇ ਮੇਰੇ ਖਿਆਲ ਨਾਲ ਇਤਿਹਾਸ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਵਿੱਚ ਜਿੰਨੀਆਂ ਮਿਸਾਲਾਂ ਨੇ, ਉਹ ਮੇਰੇ ਖਿਆਲ ਨਾਲ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਕਿਸੇ ਵੀ ਯੋਧੇ ਦੇ ਜੀਵਨ ਦੇ ਵਿੱਚੋਂ ਇਹ ਨਹੀਂ ਲੱਭਦੀਆਂ। ਤੇ ਉਸ ਤੋਂ ਫਿਰ ਅਗਲੀ ਗੱਲ ਆ ਜਾਂਦੀ ਹੈ ਮੁਹਕਮ। ਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਤੁਹਾਨੂੰ ਇਵੇਂ ਦਾ ਜਰਨੈਲ, ਇਵੇਂ ਦਾ ਗੁਰੂ, ਇਵੇਂ ਦਾ ਯੋਧਾ ਨਜ਼ਰ ਨਹੀਂ ਆਵੇਗਾ ਜਿਸ ਯੋਧੇ ਨੇ ਆਪਣੀ ਉਮਤ ਦੀ ਝੋਲੀ ਦੇ ਵਿੱਚ ਆਪਣੇ 4 ਪੁੱਤਰਾਂ ਦੇ ਸਿਰ ਪਾ ਕੇ ਇਹ ਗੱਲ ਕਹਿ ਦਿੱਤੀ ਹੋਵੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਹਿ ਭਇਆ ਜੀਵਤ ਕਈ ਹਜ਼ਾਰ। ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਨਾ, ਉਹਦੇ 'ਚ ਜਦੋਂ ਆਪਣੇ ਫਰਜ਼ੰਦਾਂ ਦੀ ਸ਼ਹਾਦਤ ਦੀ ਗੱਲ ਕਰਦੇ ਨੇ ਤੇ ਸ਼ਬਦ ਪਤਾ ਕੀ ਵਰਦੇ ਨੇ, ਚੀਹਾਂ ਸ਼ੁੱਧ ਕੇ ਕੀ ਹੋ ਗਿਆ। ਬੜੀ ਅਹਿਮ ਗੱਲ ਹੈ, ਚੀਹਾਂ ਸ਼ੁੱਧ ਕੇ ਕੀ ਹੋ ਗਿਆ। ਬਚਗਾ ਕੁਸ਼ਤਾਚਾਰ ਕਿ ਬਾਕੀ ਬਿਮਾਨ ਦਸਤ ਪੇਚੀ ਦਾ ਮਾਰ। ਕਿਤੇ ਅਫਸੋਸ ਨਹੀਂ ਜ਼ਿੰਦਗੀ ਦੇ ਵਿੱਚ। ਪੁੱਤਰਾਂ ਦੀ ਸ਼ਹਾਦਤ, ਪਿਤਾ ਦੀ ਸ਼ਹਾਦਤ, ਮਾਤਾ ਦੀ ਸ਼ਹਾਦਤ, ਜਾਨ ਤੋਂ ਪਿਆਰੇ ਸਿੰਘਾਂ ਦੀ ਸ਼ਹਾਦਤ, ਆਨੰਦਪੁਰ ਸਾਹਿਬ ਗਿਆ, ਤਖਤ ਗਿਆ, ਤਾਜ ਗਿਆ, ਰਾਜ ਗਿਆ, ਬਾਜ ਗਿਆ, ਸਭ ਕੁਝ ਗਿਆ, ਅਫਸੋਸ ਕਿਤੇ ਨਹੀਂ। ਜ਼ਫਰਨਾਮੇ 'ਚ ਇੱਕ ਥਾਂ ਤੇ ਅਫਸੋਸ ਸ਼ਬਦ ਵਰਤਿਆ, ਪਤਾ ਕਿਸ ਚੀਜ਼ ਦੇ ਉੱਪਰ, ਪੁੱਤਰਾਂ ਦੀ ਸ਼ਹਾਦਤ ਦੇ ਉੱਪਰ ਨਹੀਂ। ਅਫਸੋਸ ਸ਼ਬਦ ਉੱਥੇ ਵਰਤਿਆ, ਕਹਿੰਦੇ ਤੇਰਾ ਇੱਕ ਜਰਨੈਲ ਔਰੰਗਜ਼ੇਬ ਸਹੁੰ ਖਾ ਕੇ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢਣਾ, ਪਰ ਜਦੋਂ ਮੈਦਾਨੇ ਜੰਗ 'ਚ ਮੇਰੇ ਸਾਹਮਣੇ ਆਇਆ ਤੇ ਮੈਂ ਉਸ ਨੂੰ ਤੱਕਿਆ ਨਾ ਕਿ ਆ ਖਵਾਜ਼ਾ ਮਰਦੂਦ ਸਾਇਆਂ ਦੀ ਵਾਰ ਬਾ ਮੈਦਾਨਾ ਆਮਦ ਬਾ ਮਰਦਾਨਾ ਵਾਰ, ਤੇਰੇ ਜਰਨੈਲ ਨੇ ਆਪਣਾ ਸਿਰ ਕੰਧ ਦੇ ਉੱਲੇ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਦੀ ਆਤਮਾ ਨੇ ਇਜਾਜ਼ਤ ਹੀ ਨਹੀਂ ਦਿੱਤੀ ਕਿ ਜਿਹੜਾ ਦੁਸ਼ਮਣ ਮੈਦਾਨੇ ਜੰਗ 'ਚ ਮਰਦਾਂ ਵਾਂਗੂ ਨਾ ਲੜੇ ਉਹਦੇ ਤੇ ਵਾਰ ਕੀਤਾ ਜਾਵੇ। ਦਰੇਗਾ ਅਫਸੋਸ ਅਗਰ ਰੂਏ ਉਹ ਦੀਦ ਮੇ ਬਜਕ ਤੀਰ ਲਾਚਾਰ ਬਖਸ਼ੀਦ ਮੇ, ਕਿਤੇ ਤੇਰਾ ਜਰਨੈਲ ਮਰਦਾਂ ਵਾਂਗੂ ਸਾਹਮਣੇ ਆ ਕੇ ਲੜਦਾ ਤੇ ਮੈਂ ਉਹਦੇ ਤੇ ਵੀ ਇੱਕ ਤੀਰ ਦੀ ਬਖਸ਼ਿਸ਼ ਕਰ ਦਿੰਦਾ। ਉਸ ਤੋਂ ਅਗਲੀ ਗੱਲ ਆ ਜਾਂਦੀ ਹੈ, ਸਭ ਤੋਂ ਅਹਿਮ ਗੱਲ, ਕਿ ਜਦੋਂ ਇਹ ਸਾਰੇ ਗੁਣ ਸਿੱਖ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਸਿੱਖ ਸਾਹਿਬ ਬਣ ਜਾਂਦਾ ਹੈ, ਗੁਰੂ ਦਾ ਰੂਪ ਬਣ ਜਾਂਦਾ ਹੈ, ਜਿਸ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਔਰ ਉਹ ਬਿਲਕੁਲ ਉਹੀ ਵਰਤਾਰਾ ਹੈ ਜਦੋਂ ਗੁਰੂ ਨਾਨਕ ਸਾਹਿਬ ਲਹਿਣੇ ਨੂੰ ਅੰਗਦ ਬਣਾ ਦਿੰਦੇ ਨੇ। ਸੋ ਜਦੋਂ ਅੱਜ ਅਸੀਂ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ ਤਾਂ ਇਹਨਾਂ ਦੋ ਚੀਜ਼ਾਂ ਨੂੰ ਸਮਝਣ ਦੀ ਬੜੀ ਲੋੜ ਹੈ ਕਿ ਖਾਲਸਾ ਜੁਗਤ ਹੈ, ਪੰਥ ਜੁਗਤ ਹੈ, ਗ੍ਰੰਥ ਜੋਤ ਹੈ। ਔਰ ਪੰਥ ਔਰ ਗ੍ਰੰਥ ਜਿਹੜਾ ਇਹਦਾ ਰਿਸ਼ਤਾ ਇਵੇਂ ਦਾ ਹੈ ਕਿ ਜਿਸ ਰਿਸ਼ਤੇ ਨੂੰ ਸਾਡੇ ਪੁਰਾਤਨ ਸਰੋਤਾਂ 'ਚ ਆਉਂਦਾ ਹੈ ਕਿ ਜਿਸ ਵੇਲੇ ਗੁਰਬਖਸ਼ ਸਿੰਘ ਸ਼ਹੀਦ ਹੋਣ ਲੱਗੇ ਤੇ ਉਹਨਾਂ ਨੇ ਇੱਕ ਗੱਲ ਬੜੇ ਪਿਆਰ ਦੇ ਵਿੱਚ ਕਹੀ ਸੀ, ਪੰਥ ਜੋ ਰਹਾ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਜੋ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਗ੍ਰੰਥ ਔਰ ਪੰਥ ਨੂੰ ਕਦੀ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਅੱਜ ਬੇਸ਼ੱਕ ਬੜੀਆਂ ਗੱਲਾਂ ਕਰਦਾ ਹੀ ਨੇ ਜੀ, ਕਿਸਾਨੀ ਸੰਘਰਸ਼ ਦੇ ਵਿੱਚ ਧਰਮ ਦੀ ਗੱਲ ਨਾ ਹੋਵੇ, ਮੈਂ ਦਾਅਵੇ ਨਾਲ ਕਹਿੰਦਾ ਕਿਸਾਨ ਦੇ ਜੀਵਨ 'ਚੋਂ ਧਰਮ ਕੱਢ ਕੇ ਦੱਸ ਦਿਓ, ਡਿਬੇਟ ਕੀਤੀ ਜਾ ਸਕਦੀ, ਕਿਸਾਨ ਦੇ ਜੀਵਨ 'ਚੋਂ ਧਰਮ ਕੱਢ ਕੇ ਦੱਸ ਦਿਓ। ਧਰਮ ਦਾ ਮੂਲ ਕੀ ਆ? ਧਰਮ ਦਾ ਮੂਲ ਸਵਾਲ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਕੀਤਾ ਨਾ, ਕਿਵ ਸਚਿਆਰਾ ਹੋਵੀਏ, ਤੇ ਉਹਦਾ ਜਵਾਬ ਕੀ ਹੈ? ਹੁਕਮ ਰਜਾਈ ਚੱਲਣਾ। ਕਿਸਾਨ ਤੋਂ ਵੱਧ ਹੁਕਮ ਤੇ ਰਜਾ 'ਚ ਕੌਣ ਰਹਿੰਦਾ? ਸਭ ਤੋਂ ਵੱਧ ਤਾਂ ਉਸਦਾ ਜੀਵਨ ਹੁਕਮ ਦੇ ਵਿੱਚ, ਸਭ ਤੋਂ ਵੱਧ ਤਾਂ ਉਸਦਾ ਜੀਵਨ ਹੈ ਰਜ਼ਾ ਦੇ ਵਿੱਚ। ਕਿਵੇਂ ਇਸ ਚੀਜ਼ ਨੂੰ ਵੱਖ ਕਰਕੇ ਕੀਤਾ ਜਾ ਸਕਦਾ? ਤੇ ਜਿਸ ਜ਼ਮੀਨ ਦੀ ਜੰਗ ਤੁਸੀਂ ਅੱਜ ਲੜ ਰਹੇ ਹੋ, ਅਸੀਂ ਕਈ ਵਾਰੀ ਕਹਿ ਦਿੰਦੇ ਖਾਲਸਾ ਪਿਓਰਟੀ ਸ਼ੁੱਧ, ਬਿਲਕੁਲ ਨਹੀਂ ਹੈ। ਕਲਗੀਧਰ ਪਾਤਸ਼ਾਹ ਨੇ ਸ਼ਬਦ ਕਿੱਥੋਂ ਲਿਆ? ਅਰਬੀ ਦੇ ਵਿੱਚੋਂ।
उन्हें कहा खालसा अकाल पुरख की फौज प्रगटियो खालसा परमात्म की मौज। आ जिन्ने भी असी किसान बैठे हैं जमीनी बंदोबस्त के तुसी सारे ही कागज पत्तर जानते हो ना, जिन्नी जमीनी बंदोबस्त की शब्दावली है सारी उही है जी अकबर के समय बनी सी। सारे शब्द इंदराज, तसव्वर, बै, इंतकाल, जिन्ने भी तुसी शब्द वरते हो सारे फारसी के ने, वो सारे वो शब्द ने। और इन्हां दे विचों जमीन दी किस्मां ने, एक जमीन की किस्म है परल जिहदे उपर उसारी की जा सकती। उस तो बाद आ जाती परौती, जितों साडा पंजाबी का शब्द असीं वाढी करते कहते परात धर के जिथे उपज चंगी होवे। उहदे तो बाद आ जाती है शजर, रुखां वाली जमीन, जितों साडा शब्द शजरा भी बनिया हदबंदी के उपरों। उस तो बाद आ जाती बंजर, तो वो जमीन जिहदे उपर राजे का कोई अधिकार नहीं हुंदा, कोई मजारा काबज नहीं हुंदा, जिहड़ी सीधी राजे के अधीन हुंदी है, उसनूं कहा जाता खालसा। खालसा अकाल पुरख की फौज प्रगटियो खालसा परमात्म की मौज। सो ये संस्कृत वाले खालस शब्द चो खालसा शब्द नहीं आया, ये अरबी वाले खालसा शब्द जो वो खालसा शब्द आया। तुसी पुरातन स्रोतां नूं पढ़ सकते हो। सो मैं फिर बेनती करा कि जिहड़े वीरां ने खालसा प्रगट दिहाड़े के उपर ये समागम आयोजन किया, असी फिर मैं दोबारा एक बेनती कर देवां, बाबा बख्शीश सिंह होणां ने भी की सी, सरदार अजमेर सिंह होणां ने तुहाडे नाल विचार साझे करने ने कि असी जिहड़े दीप सिद्धू दे नाल खड़े सी अज भी खड़े हैं, अज भी उन्हां गल्लां दे उपर कायम है। और अज भी तुहानूं कहने हैं कि ये खेतीबाड़ी विरोधी कानून रद्द होने तो बाद भी पंजाब दे विच एक नवे एग्रेरीअन मॉडल की, नवे खेतीबाड़ी मॉडल की जंग सानूं लड़नी पैनी है। सानू बहुत सारे अपनी खेतीबाड़ी दे विच सुधार करने पैने। ये कानून रद्द हो भी जाण, इहदे तो बाद भी सानू एक जंग लड़नी पैनी, जिस जंग के बारे असीं शुरू तो तुहानूं कहिंदे रहे हैं। तो उस दे वास्ते भी तुहानूं साडा नवा खेतीबाड़ी मॉडल की होवे, असीं किस तरह दे नाल खेतीबाड़ी करनी है, साडी वपारक हद्दां की होण, MSP जिहड़ी है उहदे आधार की होण, जां साडीआं जिहड़ियां जां स्वामीनाथन रिपोर्ट की भी असीं गल कर लईए उहदे विच किहड़ियां सिफारिशां ने किवें लागू होण। इहदे तो बाद भी एक लंबी जंग है जिहड़ी सानू लड़नी पैनी है। मैं एक बेनती होर मीडिया वाले नूं भी कर देवां, जिहड़े मीडिया वाले साडे वीर ने, मैं तुहानूं ये बेनती कर लग्या कि बार बार जदों किसी किसान आगू नूं पुछया जांदा जी दीप सिद्धू के बारे की विचार आ, अगों जवाब तो जांदा जी उसनूं मोर्चे च नहीं शामिल करांगे। तो मैं तुहानूं एक बेनती कर देना, तो मैं आगूआं नूं भी कहना कि कदी दीप सिद्धू की टीम वालों तुहानूं अप्रोच की गई कि असीं मोर्चे च आउणा चाहुंदे? एक वारी भी नहीं है। जो जंग किसानी की लड़नी है, ये ठीक है साडी माझे वाली जथेबंदी, मैं भी माझे का रहण वाला वां, और इस जथेबंदी का साडे माझे के पिंडां दे विच बहुत ज़्यादा आधार है। और बहुत लंबे समय तो सतनाम सिंह पन्नू होना ने, सरवण सिंह होना ने उस इलाके दे विच मेहनत की है। असी जथेबंदियां दे नाल किसी न किसी रूप में जुड़े हुए हैं, पर यदा मतलब ये भी नहीं है कि जिहड़ा किसान जथेबंदी नाल नहीं जुड़िया वो अपनी ज़मीन के वास्ते संघर्ष नहीं कर सकता। हर किसान का फर्ज है कि वह ज़मीन के वास्ते, इन्हां हक्कां दे वास्ते, इन्हां कानूनां दे विरोध दे विच अपना संघर्ष जिहड़ा करे, अपना योगदान पावे। इन्नियां क बेनतियां प्रवान, फतेह दी सांझ प्रेम सहित आखना जी। वाहिगुरू जी का खालसा, वाहिगुरू जी की फतेह। वाहिगुरू जी।